ਗੁੱਡ ਮਾਰਨਿੰਗ ਦੋਸਤੋ। BA ਪੰਜਾਬੀ ਲਾਜ਼ਮੀ ਸਾਹਿਤ ਦੇ ਵੱਖ-ਵੱਖ ਰੂਪਾਂ ਦੇ ਬਾਰੇ ਸੰਖੇਪ ਵਿੱਚ ਪ੍ਰਸ਼ਨ। ਕਹਾਣੀ ਕੀ ਹੁੰਦੀ ਹੈ? ਕਹਾਣੀ ਆਪਸ ਵਿੱਚ ਜੁੜੀਆਂ ਘਟਨਾਵਾਂ ਤੇ ਪਰਿਸਥਿਤੀਆਂ ਨੂੰ ਮੌਖਿਕ ਭਾਸ਼ਾ, ਬਿੰਬਾਵਲੀ, ਹਾਵਾਂ ਭਾਵਾਂ, ਪ੍ਰਦਰਸ਼ਨ, ਸੰਗੀਤ ਜਾਂ ਕਿਸੇ ਵੀ ਸੰਚਾਰ ਸਾਧਨ ਦੁਆਰਾ ਬਿਆਨ ਕਰਨ ਦਾ ਨਾਂ ਹੈ। ਨਿੱਕੀ ਕਹਾਣੀ ਦੀ ਪਰਿਭਾਸ਼ਾ ਦਿਓ। ਨਿੱਕੀ ਕਹਾਣੀ ਦੀ ਪਰਿਭਾਸ਼ਾ ਅਸੀਂ ਇਸ ਤਰ੍ਹਾਂ ਦੇ ਸਕਦੇ ਹਾਂ। ਨਿੱਕੀ ਕਹਾਣੀ ਨਾਵਲ, ਨਾਵਲੈਟ ਤੇ ਲੰਬੀ ਕਹਾਣੀ ਤੋਂ ਛੋਟੇ ਆਕਾਰ ਦੀ ਉਹ ਗਲਪੀ ਰਚਨਾ ਨੂੰ ਕਿਹਾ ਜਾਂਦਾ ਹੈ ਜਿਸ ਵਿੱਚ ਕਿਸੇ ਇੱਕ ਘਟਨਾ, ਪਰਿਸਥਿਤੀ ਜਾਂ ਪ੍ਰਭਾਵ ਨੂੰ ਬਹੁਤ ਥੋੜ੍ਹੇ ਜਿਹੇ ਪਾਤਰਾਂ ਰਾਹੀਂ ਕਲਾਤਮਕ ਤੇ ਪ੍ਰਭਾਵਸ਼ਾਲੀ ਢੰਗ ਦੇ ਨਾਲ ਪੇਸ਼ ਕੀਤਾ ਹੁੰਦਾ ਹੈ। ਨਿੱਕੀ ਕਹਾਣੀ ਜਾਂ ਲੰਬੀ ਕਹਾਣੀ ਦੇ ਵਿੱਚ ਪ੍ਰਭਾਵ ਦੀ ਏਕਤਾ, ਇਕਾਗਰਤਾ ਤੋਂ ਕੀ ਭਾਵ ਹੈ? ਕਹਾਣੀ ਭਾਵੇਂ ਨਿੱਕੀ ਹੋਵੇ ਜਾਂ ਲੰਮੀ, ਉਸ ਦੇ ਕਥਾਨਕ ਵਿੱਚ ਅਜਿਹੀ ਕੋਈ ਗੱਲ ਨਹੀਂ ਹੋਣੀ ਚਾਹੀਦੀ ਜੋ ਭਾਵ ਲੜੀ ਨੂੰ ਇੱਧਰ ਉੱਧਰ ਲੈ ਜਾਂਦੀ ਹੋਵੇ। ਉਸ ਵਿੱਚ ਉਤਰਾਵਾਂ ਚੜਾਵਾਂ ਜਾਂ ਤਣਾਅ ਆਦਿ ਸਮੇਤ ਪ੍ਰਭਾਵ ਦੀ ਏਕਤਾ ਕਾਇਮ ਰਹਿਣੀ ਚਾਹੀਦੀ ਹੈ, ਤਾਂ ਹੀ ਕਹਾਣੀ ਉਤਸੁਕਤਾ ਭਰਪੂਰ, ਸਵਾਦਲੀ ਅਤੇ ਅਸਰਦਾਰ ਬਣੇਗੀ। ਪ੍ਰਸ਼ਨ 4, ਨਿੱਕੀ ਜਾਂ ਲੰਮੀ ਕਹਾਣੀ ਵਿੱਚ ਕਲਾਤਮਕਤਾ ਦਾ ਕੀ ਮਹੱਤਵ ਹੈ? ਕਹਾਣੀ ਵਿੱਚ ਕਲਾਤਮਕਤਾ ਦਾ ਹੋਣਾ ਵੀ ਜ਼ਰੂਰੀ ਹੈ ਤੇ ਉਸ ਨੂੰ ਹਮੇਸ਼ਾ ਕਹਾਣੀ ਦੇ ਰੂਪ ਦੀਆਂ ਸੀਮਾਵਾਂ ਦੇ ਅੰਦਰ ਹੀ ਰੱਖਣਾ ਚਾਹੀਦਾ ਹੈ। ਜੇਕਰ ਕਹਾਣੀ ਵਿੱਚ ਸਿੱਧੀ ਬਿਆਨਬਾਜ਼ੀ ਹੋਵੇਗੀ ਤਾਂ ਉਹ ਸਿਰਫ ਇੱਕ ਦਸਤਾਵੇਜ਼ ਜਿਹੀ ਬਣ ਕੇ ਰਹਿ ਜਾਵੇਗੀ। ਪਾਠਕਾਂ ਨੂੰ ਆਪਣੇ ਨਾਲ ਜੋੜਨ ਦੇ ਲਈ, ਉਸ ਵਿੱਚ ਉਤਸੁਕਤਾ ਪੈਦਾ ਕਰਨ ਲਈ ਕਲਾਤਮਕ ਜੁਗਤਾਂ ਦੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ। ਨਿੱਕੀ ਜਾਂ ਲੰਬੀ ਕਹਾਣੀ ਵਿੱਚ ਰੋਚਕਤਾ ਦਾ ਕੀ ਸਥਾਨ ਹੈ? ਕਹਾਣੀ ਵਿੱਚ ਰੋਚਕਤਾ ਦਾ ਹੋਣਾ ਬਹੁਤ ਜ਼ਰੂਰੀ ਹੈ। ਰੋਚਕਤਾ ਤੋਂ ਬਗੈਰ ਹਰੇਕ ਸਾਹਿਤ ਰਚਨਾ ਫਿੱਕੀ ਜਿਹੀ ਹੋ ਕੇ ਰਹਿ ਜਾਂਦੀ ਹੈ। ਕਹਾਣੀ ਵਿੱਚ ਤਾਂ ਰੋਚਕਤਾ ਦੀ ਹੋਰ ਵੀ ਬਥੇਰੇ ਜ਼ਰੂਰਤ ਹੈ, ਕਿਉਂਕਿ ਇਹ ਸਿਰਫ ਜ਼ਿੰਦਗੀ ਦੇ ਕੁਝ ਛਿਨਾਂ ਨੂੰ ਹੀ ਪਕੜਨ ਦੀ ਕੋਸ਼ਿਸ਼ ਕਰਦੀ ਹੈ। ਅਜਿਹੀ ਪ੍ਰਕਿਰਿਆ ਸਮੇਂ ਕਹਾਣੀਕਾਰ ਕੋਲ ਚੋਣ ਹੁੰਦੀ ਹੈ। ਉਹ ਜੀਵਨ ਦੇ ਵੱਧ ਰੌਚਕ ਖਿਣਾ ਮਤਲਬ ਪਲਾਂ ਨੂੰ ਫੜ ਸਕਦਾ ਹੈ। ਫਿਰ ਪ੍ਰਗਟਾਅ ਮਾਧਿਅਮ ਵਾਰਤਕ ਹੋਣ ਕਰਕੇ ਉਸ ਨੂੰ ਬਿਨਾਂ ਕਿਸੇ ਔਕੜ ਤੋਂ ਪ੍ਰਗਟ ਕਰ ਸਕਦਾ ਹੈ। ਇਸ ਪ੍ਰਕਾਰ ਕਹਾਣੀ ਵਿੱਚ ਰੋਚਕਤਾ ਦਾ ਹੋਣਾ ਬੇਹੱਦ ਜ਼ਰੂਰੀ ਹੈ। ਨਿੱਕੀ ਜਾਂ ਲੰਬੀ ਕਹਾਣੀ ਦੇ ਕਥਾਨਕ ਦੀ ਗਤੀਸ਼ੀਲਤਾ ਦਾ ਕੀ ਮਹੱਤਵ ਹੈ? ਹਰੇਕ ਪ੍ਰਕਾਰ ਦੀ ਕਹਾਣੀ ਵਿੱਚ ਗਤੀਸ਼ੀਲਤਾ ਦਾ ਵਿਸ਼ੇਸ਼ ਗੁਣ ਹੁੰਦਾ ਹੈ। ਕਹਾਣੀ ਦੀ ਚਾਲ ਨਾਵਲ ਵਾਂਗ ਸੁਸਤ ਨਹੀਂ, ਸਗੋਂ ਤੇਜ਼ ਹੋਣੀ ਚਾਹੀਦੀ ਹੈ। ਕਹਾਣੀ ਵਿੱਚ ਇੱਕ ਘਟਨਾ ਨੂੰ ਜ਼ਿਆਦਾ ਲਮਕਾ ਕੇ ਪੇਸ਼ ਕਰਨ ਦੇ ਨਾਲ ਬਿਰਤਾਂਤ ਦੇ ਵਿੱਚ ਸਿਥਲਤਾ ਆ ਜਾਂਦੀ ਹੈ, ਜਿਸ ਕਰਕੇ ਕਹਾਣੀ ਬੇਰਸ ਹੋ ਜਾਂਦੀ ਹੈ। ਨਿੱਕੀ ਕਹਾਣੀ ਦੇ ਮੁੱਖ ਤੱਤ ਕਿਹੜੇ-ਕਿਹੜੇ ਹਨ? ਨਿੱਕੀ ਕਹਾਣੀ ਦੇ ਪ੍ਰਮੁੱਖ ਤੱਤ ਹਨ ਵਿਸ਼ਾ, ਉਦੇਸ਼, ਕਥਾਨਕ, ਚਰਿੱਤਰ ਚਿੱਤਰਨ, ਵਾਤਾਵਰਨ, ਵਾਰਤਾਲਾਪ ਤੇ ਭਾਸ਼ਾ ਸ਼ੈਲੀ। ਨਿੱਕੀ ਕਹਾਣੀ ਵਿੱਚ ਵਿਸ਼ਾ ਵਸਤੂ ਕੀ ਹੁੰਦਾ ਹੈ? ਵਿਸ਼ਾ ਵਸਤੂ ਨਿੱਕੀ ਕਹਾਣੀ ਦਾ ਪ੍ਰਮੁੱਖ ਤੱਤ ਹੈ। ਮਨੁੱਖੀ ਜੀਵਨ ਦੀ ਹਰ ਇੱਕ ਘਟਨਾ ਤੇ ਪਰਿਸਥਿਤੀ ਕਹਾਣੀ ਦਾ ਵਿਸ਼ਾ ਵਸਤੂ ਬਣਨ ਦੀ ਸੰਭਾਵਨਾ ਰੱਖਦੀ ਹੈ। ਇਸ ਵਿੱਚ ਜੀਵਨ ਦੇ ਲਗਭਗ ਹਰੇਕ ਵਿਸ਼ੇ ਨੂੰ ਛੋਹਿਆ ਜਾ ਸਕਦਾ ਹੈ, ਪਰ ਇਸ ਦਾ ਮਤਲਬ ਇਹ ਨਹੀਂ ਕਿ ਜੀਵਨ ਦੇ ਅਰਥਹੀਣ ਛਿਣਾਂ ਦਾ ਵੀ ਵਰਣਨ ਕੀਤਾ ਜਾ ਸਕਦਾ ਹੈ। ਇਸ ਵਿੱਚ ਸਮਾਜਿਕ, ਧਾਰਮਿਕ, ਵਿਦਿਅਕ, ਰਾਜਸੀ ਜੀਵਨ ਵਿੱਚੋਂ ਕਿਸੇ ਵਿਸ਼ੇਸ਼ ਪਰਿਸਥਿਤੀ, ਵਾਤਾਵਰਣ ਜਾਂ ਚਰਿੱਤਰ ਨੂੰ ਪੇਸ਼ ਕੀਤਾ ਜਾ ਸਕਦਾ ਹੈ। ਪ੍ਰਸ਼ਨ 9, ਨਿੱਕੀ ਕਹਾਣੀ ਦਾ ਉਦੇਸ਼ ਕੀ ਹੁੰਦਾ ਹੈ? ਨਿੱਕੀ ਕਹਾਣੀ ਦਾ ਉਦੇਸ਼ ਮੁੱਖ ਤੌਰ ਤੇ ਰਾਜਨੀਤੀ, ਪ੍ਰਸ਼ਾਸਨ ਜਾਂ ਮਨੁੱਖੀ ਚਰਿੱਤਰ ਵਿੱਚ ਸੁਧਾਰ ਜਾਂ ਤਬਦੀਲੀ ਦੀ ਪ੍ਰੇਰਨਾ ਦੇਣਾ ਹੁੰਦਾ ਹੈ, ਜਿਸ ਵੱਲ ਉਸ ਵਿੱਚ ਸਪਸ਼ਟ ਇਸ਼ਾਰਾ ਕਰਨ ਦੀ ਬਜਾਏ ਸੁਝਾਉ ਜਾਂ ਵਿਅੰਗ ਵਿਧੀ ਦੀ ਵਰਤੋਂ ਕੀਤੀ ਹੁੰਦੀ ਹੈ, ਜਿਸ ਨਾਲ ਉਹ ਬਥੇਰੇ ਪ੍ਰਭਾਵਸ਼ਾਲੀ ਬਣ ਜਾਂਦੀ ਹੈ। ਨਿੱਕੀ ਕਹਾਣੀ ਦੇ ਕਥਾਨਕ ਦੇ ਕੀ ਗੁਣ ਹੁੰਦੇ ਹਨ? ਨਿੱਕੀ ਕਹਾਣੀ ਦਾ ਕਥਾਨਕ ਆਮ ਕਰਕੇ ਸਾਡੇ ਦੁਆਲੇ ਜੀਵਨ ਦੇ ਵਿੱਚ ਵਾਪਰਦੀਆਂ ਘਟਨਾਵਾਂ ਜਾਂ ਵਿਚਰਦੇ ਚਰਿੱਤਰਾਂ ਦੇ ਨਾਲ ਸੰਬੰਧਿਤ ਹੁੰਦਾ ਹੈ। ਕਹਾਣੀ ਦੇ ਕਥਾਨਕ ਦਾ ਆਰੰਭ ਝਟਪਟਾ, ਨਾਟਕੀ ਤੇ ਖਿੱਚ ਭਰਿਆ ਹੁੰਦਾ ਹੈ, ਜਿਸ ਨਾਲ ਕੋਈ ਗੁੰਝਲ, ਤਣਾਅ ਜਾਂ ਸੰਦੇਹ ਪੈਦਾ ਹੁੰਦਾ ਹੈ। ਮੱਧ ਵਿੱਚ ਉਸ ਦੀਆਂ ਹੋਰ ਪਰਤਾਂ ਉਗੜਦੀਆਂ ਹਨ ਤੇ ਉਹ ਵਧੇਰੇ ਪੀਂਡਾ ਹੁੰਦਾ ਜਾਂਦਾ ਹੈ। ਅੰਤ ਵਿੱਚ ਉਸ ਵਿੱਚ ਇੱਕ ਪਲਟਾ ਆਉਂਦਾ ਹੈ, ਜਿਸ ਦਾ ਪਾਠਕ ਦੇ ਮਨ ਉੱਪਰ ਅਣਕਿਆਸਾ, ਅਚੰਭੇਪੂਰਨ ਪ੍ਰਭਾਵ ਪੈਂਦਾ ਹੈ। ਕਹਾਣੀ ਵਿੱਚ ਸਮੇਂ, ਸਥਾਨ, ਪ੍ਰਭਾਵ ਦੀ ਏਕਤਾ ਮੁੱਢ ਤੋਂ ਲੈ ਕੇ ਅੰਤ ਤੱਕ ਬਣੀ ਰਹਿੰਦੀ ਹੈ
ਤੇ ਉਸ ਦਾ ਅੰਤ ਜ਼ੋਰਦਾਰ, ਪ੍ਰਭਾਵਸ਼ਾਲੀ ਤੇ ਸੁਝਾਊ ਹੁੰਦਾ ਹੈ ਤੇ ਬਹੁਤਾ ਕੁਝ ਪਾਠਕਾਂ ਦੀ ਕਲਪਨਾ ਤੇ ਛੱਡ ਦਿੱਤਾ ਜਾਂਦਾ ਹੈ। ਪ੍ਰਸ਼ਨ 11, ਨਿੱਕੀ ਕਹਾਣੀ ਦੇ ਚਰਿੱਤਰ ਚਿੱਤਰਨ ਬਾਰੇ ਤੁਸੀਂ ਕੀ ਜਾਣਦੇ ਹੋ? ਚਰਿੱਤਰ ਚਿੱਤਰਨ ਦਾ ਨਿੱਕੀ ਕਹਾਣੀ ਦੇ ਵਿੱਚ ਮਹੱਤਵਪੂਰਨ ਸਥਾਨ ਹੈ। ਭਾਵੇਂ ਕਹਾਣੀ ਵਿੱਚ ਘਟਨਾਵਾਂ ਦੀ ਆਪਣੀ ਵਿਸ਼ੇਸ਼ਤਾ ਹੁੰਦੀ ਹੈ, ਪਰ ਘਟਨਾਵਾਂ ਕਦੇ ਵੀ ਆਪਣੇ ਆਪ ਨਹੀਂ ਵਾਪਰ ਸਕਦੀਆਂ। ਕਹਾਣੀਕਾਰ ਘਟਨਾ ਨੂੰ ਵਿਸ਼ੇਸ਼ ਪ੍ਰਸੰਗ ਵਿੱਚ ਪੇਸ਼ ਕਰਦਾ ਹੈ ਤੇ ਅਜਿਹਾ ਪ੍ਰਸੰਗ ਦੇਣ ਲਈ ਹੀ ਉਹ ਪਾਤਰਾਂ ਦੀ ਸਿਰਜਣਾ ਕਰਦਾ ਹੈ। ਇਸ ਕਰਕੇ ਚਰਿੱਤਰ ਚਿੱਤਰਨ ਦੀ ਸਫਲਤਾ ਦੇ ਆਧਾਰ ਤੇ ਹੀ ਕਹਾਣੀ ਦੀ ਸਫਲਤਾ ਨਿਰਭਰ ਕਰਦੀ ਹੈ। ਕਹਾਣੀ ਵਿੱਚ ਪਾਤਰਾਂ ਦੀ ਗਿਣਤੀ ਜ਼ਿਆਦਾ ਨਹੀਂ ਹੁੰਦੀ। ਵਧੇਰੇ ਪਾਤਰ ਆਪਣੇ ਚਰਿੱਤਰ ਦਾ ਵਿਸਤਾਰ ਸਾਹਿਤ ਪ੍ਰਗਟਾ ਕਰਨ ਦੇ ਵਿੱਚ ਸਮਰੱਥ ਨਹੀਂ ਹੁੰਦੇ। ਇਸ ਕਰਕੇ ਕਹਾਣੀ ਵਿੱਚ ਪਾਤਰਾਂ ਦੀ ਗਿਣਤੀ ਘੱਟ ਹੋਣੀ ਚਾਹੀਦੀ ਹੈ। ਇਸ ਦੇ ਨਾਲ ਹੀ ਜ਼ਰੂਰੀ ਹੈ ਸਿਰਫ ਖਾਸ ਪਾਤਰਾਂ ਦੇ ਚਰਿੱਤਰ ਨੂੰ ਹੀ ਸਮੁੱਚੀਆਂ ਸੰਭਾਵਨਾਵਾਂ ਦੇ ਨਾਲ ਨਿਖਾਰਿਆ ਜਾਵੇ, ਤਾਂ ਜੋ ਕਹਾਣੀ ਦੇ ਨਿਸ਼ਚਿਤ ਆਕਾਰ ਵਿੱਚ ਜੀਵਨ ਦਾ ਇੱਕ ਸਜੀਵ ਬਿੰਬ ਪੇਸ਼ ਕੀਤਾ ਜਾ ਸਕੇ। ਪ੍ਰਸ਼ਨ 12, ਨਿੱਕੀ ਕਹਾਣੀ ਵਿੱਚ ਵਾਰਤਾਲਾਪ ਦਾ ਕੀ ਸਥਾਨ ਹੈ? ਵਾਰਤਾਲਾਪ ਦਾ ਨਿੱਕੀ ਕਹਾਣੀ ਦੇ ਵਿੱਚ ਪ੍ਰਮੁੱਖ ਸਥਾਨ ਹੈ, ਕਿਉਂਕਿ ਕਥਾਨਕ ਦੇ ਵਿਸਤਾਰ ਅਤੇ ਪਾਤਰ ਚਿੱਤਰਨ ਦਾ ਪ੍ਰਮੁੱਖ ਆਧਾਰ ਵਾਰਤਾਲਾਪ ਹੀ ਬਣਦੇ ਹਨ। ਵਾਰਤਾਲਾਪਾਂ ਦੁਆਰਾ ਪਾਤਰਾਂ ਦੇ ਚਿੱਤਰਨ ਵਿੱਚ ਵਿਲੱਖਣਤਾ ਅਤੇ ਸੁਭਾਵਿਕਤਾ ਆਉਂਦੀ ਹੈ ਅਤੇ ਇਹ ਵਰਣਨ ਵੀ ਰੋਚਕ ਅਤੇ ਰਵਾਨੀ ਭਰਪੂਰ ਬਣ ਜਾਂਦਾ ਹੈ। ਕਹਾਣੀ ਵਿੱਚ ਲੋੜੀਂਦਾ ਵਾਤਾਵਰਣ ਵਾਰਤਾਲਾਪਾਂ ਰਾਹੀਂ ਹੀ ਉਸਾਰਿਆ ਜਾ ਸਕਦਾ ਹੈ, ਜਿਸ ਨਾਲ ਕਹਾਣੀ ਵਿੱਚ ਸੁਭਾਵਿਕਤਾ ਅਤੇ ਯਥਾਰਥਤਾ ਦੇ ਗੁਣ ਪੈਦਾ ਹੁੰਦੇ ਹਨ। ਵਾਰਤਾਲਾਪ ਸੰਖੇਪਿਤ, ਚੁਸਤ, ਸੁਭਾਵਿਕ ਅਤੇ ਪਾਤਰਾਂ ਦੇ ਅਨੁਕੂਲ ਹੋਣੇ ਚਾਹੀਦੇ ਹਨ। ਇਹਨਾਂ ਦਾ ਪਾਤਰਾਂ ਦੀ ਮਨੋਦਸ਼ਾ, ਗੁਣਾਂ ਔਗੁਣਾਂ, ਸ਼ਖਸੀਅਤ ਅਤੇ ਯੋਗਤਾਵਾਂ ਦੇ ਅਨੁਕੂਲ ਹੋਣਾ ਵੀ ਲਾਜ਼ਮੀ ਹੈ। ਲੰਮੇ ਵਾਰਤਾਲਾਪ ਅਤੇ ਸੁਸਤ ਗਤੀ ਦਾ ਵਾਤਾਵਰਣ ਚਿੱਤਰਨ ਕਹਾਣੀ ਦੀ ਪ੍ਰਭਾਵਸ਼ੀਲਤਾ ਨੂੰ ਘਟਾਉਂਦਾ ਹੈ। ਇਹਨਾਂ ਵਿੱਚ ਵਿਅੰਗ, ਚੋਭ, ਹਾਜ਼ਰ ਜਵਾਬੀ ਤੇ ਹਾਸ ਰਸ ਦਾ ਗੁਣ ਸੋਹਣੇ ਤੇ ਸੁਹਾਗੇ ਦਾ ਕੰਮ ਕਰਦਾ ਹੈ। ਪ੍ਰਸ਼ਨ 13, ਨਿੱਕੀ ਕਹਾਣੀ ਵਿੱਚ ਵਾਤਾਵਰਣ ਚਿੱਤਰਨ ਦਾ ਕੀ ਮਹੱਤਵ ਹੈ? ਕਹਾਣੀ ਵਿੱਚ ਵਾਤਾਵਰਣ ਦੇ ਦ੍ਰਿਸ਼ ਚਿੱਤਰਨ ਦਾ ਵੀ ਆਪਣਾ ਮਹੱਤਵ ਹੈ। ਕਹਾਣੀ ਕਿਉਂਕਿ ਜੀਵਨ ਦੀ ਇੱਕ ਵਿਸ਼ੇਸ਼ ਘਟਨਾ ਜਾਂ ਪਰਿਸਥਿਤੀ ਦਾ ਭਾਵਕ ਪ੍ਰਗਟਾਵਾ ਹੁੰਦੀ ਹੈ, ਜਿਸ ਕਰਕੇ ਉਸ ਵਿਸ਼ੇਸ਼ ਘਟਨਾ ਨੂੰ ਸਮੁੱਚੇ ਵਾਤਾਵਰਣ ਦੇ ਚਿੱਤਰਨ ਦੁਆਰਾ ਪੇਸ਼ ਕਰਨ ਨਾਲ ਕਹਾਣੀ ਵਿੱਚ ਯਥਾਰਥਤਾ, ਸੁਭਾਵਿਕਤਾ ਤੇ ਸਜੀਵਤਾ ਦੇ ਗੁਣ ਪੈਦਾ ਹੁੰਦੇ ਹਨ। ਦ੍ਰਿਸ਼ ਚਿੱਤਰਨ ਦਾ ਕਹਾਣੀ ਵਿੱਚ ਵਿਸ਼ੇਸ਼ ਸਥਾਨ ਹੈ। ਪੰਜਾਬੀ ਕਹਾਣੀ ਵਿੱਚ ਸੰਤੋਖ ਸਿੰਘ ਧੀਰ, ਵਰਿਆਮ ਸੰਧੂ, ਬਲਦੇਵ ਸਿੰਘ, ਪ੍ਰੇਮ ਗੋਰਕੀ ਤੇ ਮੁਖਤਿਆਰ ਗਿੱਲ ਆਦਿ ਦੀਆਂ ਕਹਾਣੀਆਂ ਵਿੱਚ ਵਾਤਾਵਰਣ ਵਿਸ਼ੇਸ਼ ਸਫਲਤਾ ਦੇ ਨਾਲ ਚਿੱਤਰਿਆ ਮਿਲਦਾ ਹੈ। ਪ੍ਰਸ਼ਨ 14, ਨਿੱਕੀ ਕਹਾਣੀ ਦੀ ਭਾਸ਼ਾ ਸ਼ੈਲੀ ਕਿਹੋ ਜਿਹੀ ਹੁੰਦੀ ਹੈ? ਭਾਸ਼ਾ ਤੇ ਸ਼ੈਲੀ ਦਾ ਕਹਾਣੀ ਦੀ ਰਚਨਾ ਦੇ ਵਿੱਚ ਵਿਸ਼ੇਸ਼ ਮਹੱਤਵ ਹੈ। ਕਹਾਣੀ ਵਿਚਲੇ ਸ਼ਬਦ ਸਜੀਵ, ਰੋਚਕ, ਸੰਕੇਤਕ ਅਤੇ ਪ੍ਰਭਾਵਸ਼ਾਲੀ ਹੋਣੇ ਚਾਹੀਦੇ ਹਨ। ਇਸ ਦੇ ਨਾਲ ਹੀ ਬਿਰਤਾਂਤ ਦੀ ਸਿਰਜਣਾ ਸਮੇਂ ਕਹਾਣੀਕਾਰ ਨੂੰ ਮੁਹਾਵਰਿਆਂ ਅਤੇ ਅਖਾਉਤਾਂ ਦੀ ਖੁੱਲ੍ਹੀ ਵਰਤੋਂ ਕਰਨੀ ਚਾਹੀਦੀ ਹੈ। ਨਾਲ ਹੀ ਕਹਾਣੀਕਾਰ ਨੂੰ ਕੇਂਦਰੀ ਭਾਸ਼ਾ ਦੀ ਵਰਤੋਂ ਕਰਨੀ ਚਾਹੀਦੀ ਹੈ। ਪਾਤਰਾਂ ਦੀ ਵਾਰਤਾਲਾਪ ਸਮੇਂ ਉਹਨਾਂ ਦੀ ਸਥਾਨਕ ਉਪਭਾਸ਼ਾ, ਪਾਤਰਾਂ ਦੀ ਮਾਨਸਿਕਤਾ, ਵਿਦਿਅਕ ਪੱਧਰ ਅਤੇ ਸੁਭਾਅ ਦੇ ਅਨੁਸਾਰ ਬੋਲੀ ਦੀ ਵਰਤੋਂ ਵੀ ਕਰਨੀ ਚਾਹੀਦੀ ਹੈ। ਅਜਿਹਾ ਨਾ ਕਰਨ ਨਾਲ ਕਹਾਣੀ ਦੀ ਰੋਚਕਤਾ ਤੇ ਸੁਭਾਵਿਕਤਾ ਦੇ ਵਿੱਚ ਕਮੀ ਆ ਜਾਂਦੀ ਹੈ। ਕਹਾਣੀਕਾਰ ਕਹਾਣੀ ਦੇ ਵਿਸ਼ਾ ਵਸਤੂ ਦੇ ਅਨੁਸਾਰ ਕਿਸੇ ਵੀ ਸ਼ੈਲੀ ਦੀ ਵਰਤੋਂ ਕਰ ਸਕਦਾ ਹੈ। ਕਹਾਣੀ ਦੀਆਂ ਵਰਣਨਯੋਗ ਸ਼ੈਲੀਆਂ ਹਨ ਕਥਾਤਮਕ ਸ਼ੈਲੀ, ਆਤਮ ਕਥਾ ਸ਼ੈਲੀ, ਪੱਤਰਾਤਮਕ ਸ਼ੈਲੀ, ਵਾਰਤਾਲਾਪੀ ਸ਼ੈਲੀ ਤੇ ਡਾਇਰੀ ਸ਼ੈਲੀ, ਪਰ ਬਹੁਤੇ ਕਹਾਣੀਕਾਰ ਕਥਾਤਮਕ ਸ਼ੈਲੀ ਦੀ ਹੀ ਵਰਤੋਂ ਕਰਦੇ ਹਨ। ਪ੍ਰਸ਼ਨ 15, ਨਿੱਕੀ ਕਹਾਣੀ ਜਾਂ ਮਿੰਨੀ ਕਹਾਣੀ ਦੇ ਹਰਮਨ ਪਿਆਰਾ ਹੋਣ ਦੇ ਕੀ ਕਾਰਨ ਹਨ? ਇਸ ਸਮੇਂ ਨਿੱਕੀ ਕਹਾਣੀ ਜਾਂ ਮਿੰਨੀ ਕਹਾਣੀ ਪੰਜਾਬੀ ਵਿੱਚ ਬਹੁਤ ਹਰਮਨ ਪਿਆਰੀ ਹੋਈ ਹੈ। ਇਸ ਦਾ ਮੁੱਖ ਕਾਰਨ ਹੈ ਵਰਤਮਾਨ ਮਸ਼ੀਨੀ ਯੁੱਗ ਦੇ ਵਿੱਚ ਲੋਕਾਂ ਕੋਲੇ ਵੇਲ ਦੀ ਕਮੀ ਹੋਣਾ। ਲੋਕਾਂ ਕੋਲੇ ਇੰਨਾ ਸਮਾਂ ਨਹੀਂ ਕਿ ਵੱਡੀ ਕਹਾਣੀ ਵਾਸਤੇ ਕੱਢ ਸਕਣ। ਕਿਸੇ ਕੋਲ ਵੀ ਲੰਮੇ ਨਾਵਲ, ਨਾਵਲੈਟ, ਕਿਸੇ ਦੇ ਮਹਾਕਾਵ ਨੂੰ ਪੜ੍ਹਨ ਦਾ ਸਮਾਂ ਨਹੀਂ ਹੈ। ਨਿੱਕੀ ਜਾਂ ਮਿੰਨੀ ਕਹਾਣੀ ਮਨੁੱਖ ਦੀ ਕਹਾਣੀ ਰਸ ਲੈਣ ਦੀ ਰੁਚੀ ਨੂੰ ਤ੍ਰਿਪਤ ਕਰਦੀ ਹੈ। ਉਹ ਇਹ ਕੰਮ ਨਾਵਲ ਦੇ ਮੁਕਾਬਲੇ ਬਹੁਤ ਥੋੜੇ ਸਮੇਂ ਦੇ ਵਿੱਚ ਕਰ ਦਿੰਦੀ ਹੈ ਤੇ ਇਹ ਥੋੜੇ ਸਮੇਂ ਵਿੱਚ ਹੀ ਪਾਠਕਾਂ ਉੱਪਰ ਆਪਣਾ ਅਦਭੁਤ ਤੇ ਸਦੀਵੀ ਪ੍ਰਭਾਵ ਦਿੰਦੀ ਹੈ।
ਨਿੱਕੀ ਜਾਂ ਮਿੰਨੀ ਕਹਾਣੀ ਦਾ ਆਕਾਰ ਛੋਟਾ ਹੋਣ ਕਾਰਨ ਇਸ ਨੂੰ ਅਖਬਾਰਾਂ ਤੇ ਰਸਾਲਿਆਂ ਦੇ ਵਿੱਚ ਪਾਠਕ ਦਿਲਚਸਪੀ ਦੇ ਲਈ ਛਾਪਦੇ ਰਹਿੰਦੇ ਹਨ। ਇਸ ਕਰਕੇ ਇਹਨਾਂ ਪਾਠਕਾਂ ਤੱਕ ਨਵੇਂ ਤੇ ਨਿਵੇਕਲੇ ਰੂਪ ਵਿੱਚ ਉਹਨਾਂ ਦੁਆਰਾ ਥੋੜਾ ਜਿਹਾ ਖਰਚ ਕਰਨ ਦੇ ਨਾਲ ਹੀ ਪੁੱਜ ਜਾਂਦੀ ਹੈ। ਪ੍ਰਸ਼ਨ 16 ਵਿਸ਼ੇ ਤੇ ਸ਼ੈਲੀ ਦੇ ਆਧਾਰ ਤੇ ਨਿੱਕੀ ਕਹਾਣੀ ਕਿੰਨੇ ਪ੍ਰਕਾਰ ਦੀ ਹੁੰਦੀ ਹੈ? ਵਿਸ਼ੇ ਅਤੇ ਸ਼ੈਲੀ ਦੇ ਆਧਾਰ ਤੇ ਕਹਾਣੀਆਂ ਨੂੰ 8 ਵਰਗਾਂ ਦੇ ਵਿੱਚ ਵੰਡਿਆ ਜਾ ਸਕਦਾ ਹੈ। 1 ਪਾਤਰ ਪ੍ਰਧਾਨ, ਦੂਸਰਾ ਵਿਚਾਰ ਪ੍ਰਧਾਨ, ਤੀਸਰਾ ਘਟਨਾ ਪ੍ਰਧਾਨ, ਚੌਥਾ ਭਾਵ ਪ੍ਰਧਾਨ, ਪੰਜਵਾਂ ਕਲਪਨਾ ਪ੍ਰਧਾਨ, ਛੇਵਾਂ ਹਾਸ ਪ੍ਰਧਾਨ, ਸੱਤਵਾਂ ਕਾਵਿਆਤਮਕ ਪ੍ਰਧਾਨ, ਅੱਠਵਾਂ ਪ੍ਰਤੀਕਾਤਮਕ। ਸ਼ੈਲੀ ਦੇ ਆਧਾਰ ਤੇ ਕਹਾਣੀ ਦੇ 5 ਪ੍ਰਮੁੱਖ ਵਰਗ ਮੰਨੇ ਜਾਂਦੇ ਹਨ। ਪਹਿਲਾ ਉੱਤਮ ਪੁਰਖ ਪ੍ਰਧਾਨ ਕਹਾਣੀ, ਦੂਸਰਾ ਅਨਿਆ ਪੁਰਖ ਪ੍ਰਧਾਨ ਕਹਾਣੀ, ਤੀਸਰਾ ਪੱਤਰ ਪੱਧਤੀ ਵਿੱਚ ਲਿਖੀ ਕਹਾਣੀ, ਚੌਥਾ ਵਾਰਤਾਲਾਪ ਪੱਧਤੀ ਵਿੱਚ ਲਿਖੀ ਕਹਾਣੀ ਤੇ ਪੰਜਵਾਂ ਡਾਇਰੀ ਪੱਧਤੀ ਦੇ ਵਿੱਚ ਲਿਖੀ ਕਹਾਣੀ। ਪ੍ਰਸ਼ਨ 17 ਪ੍ਰੋਫੈਸਰ ਟੀ.ਆਰ. ਵਿਨੋਦ ਦਾ ਲੰਮੀ ਕਹਾਣੀ ਬਾਰੇ ਕੀ ਵਿਚਾਰ ਹੈ? ਪ੍ਰੋਫੈਸਰ ਟੀ.ਆਰ. ਵਿਨੋਦ ਦੇ ਅਨੁਸਾਰ ਲੰਮੀ ਕਹਾਣੀ ਦਾ ਪ੍ਰਯੋਜਨ ਨਿੱਕੀ ਕਹਾਣੀ ਵਾਲਾ ਹੀ ਹੁੰਦਾ ਹੈ। ਇਸ ਦੀ ਰਚਨਾ ਵਿਧੀ ਵਿੱਚ ਸਥਿਤੀਆਂ ਦੀ ਭਿੰਨ-ਭਿੰਨ ਪਰਤਾਂ, ਦਿਸ਼ਾਵਾਂ, ਪਸਾਰਾਂ ਨੂੰ ਮੂਰਤੀਮਾਨ ਕਰਨ ਦੀ ਸਮਰੱਥਾ ਹੁੰਦੀ ਹੈ, ਜਿਸ ਕਰਕੇ ਇਹ ਵਿਥਾ ਯਥਾਰਥ ਤੇ ਸਮੁੱਚਾ ਦੀ ਪਛਾਣ ਕਰਾਉਣ ਦੇ ਯੋਗ ਹੋ ਨਿਬੜਦੀ ਹੈ। ਪ੍ਰਸ਼ਨ 18 ਵਰਿਆਮ ਸੰਧੂ ਲੰਮੀ ਕਹਾਣੀ ਬਾਰੇ ਕੀ ਕਹਿੰਦਾ ਹੈ? ਵਰਿਆਮ ਸੰਧੂ ਦੇ ਅਨੁਸਾਰ ਲੰਮੀ ਕਹਾਣੀ ਹੁਣ ਕਹਾਣੀ ਇੱਕ ਸਟੇਸ਼ਨ ਤੋਂ ਦੂਜੇ ਸਟੇਸ਼ਨ ਤੱਕ ਦਾ ਸਫ਼ਰ ਸਰਪਟ ਘੋੜ ਦੌੜ ਨਹੀਂ ਰਹਿ ਗਈ। ਲੇਖਕ ਸਿੱਧਾ ਨੱਕ ਦੇ ਸਿੱਧੇ ਸ਼ੂਟ ਵੱਟ ਕੇ ਦੌੜਨ ਦੀ ਥਾਂ ਥੋੜਾ ਆਸੇ-ਪਾਸੇ ਵੇਖ ਕੇ ਹੌਲੀ-ਹੌਲੀ ਤੁਰਨ ਲੱਗਾ। ਆਸੇ-ਪਾਸੇ ਬੜਾ ਕੁਝ ਸੋਹਣਾ ਅਜਿਹਾ ਸੀ ਜੋ ਕਹਾਣੀ ਦੇ ਕੇਂਦਰੀ ਨੁਕਤੇ ਨੂੰ ਹੋਰ ਗੂੜਾ, ਪ੍ਰਭਾਵਸ਼ਾਲੀ ਤੇ ਜਾਨਦਾਰ ਬਣਾਉਣ ਵਿੱਚ ਅਸਰ ਅੰਦਾਜ਼ ਹੁੰਦਾ ਸੀ। ਕਹਾਣੀਕਾਰ ਦੀ ਇਸ ਸਹਿਜ ਤੋੜ ਨੇ ਕਹਾਣੀ ਦੇ ਬਿਰਤਾਂਤ ਉੱਤੇ ਵੀ ਅਸਰ ਪਾਇਆ। ਲੇਖਕ ਹੁਣ ਕਹਾਣੀ ਪਾਉਣ ਦੀ ਥਾਂ ਕਹਾਣੀ ਵਿਖਾਉਣ ਲੱਗਾ। ਪ੍ਰਸ਼ਨ 19 ਲੰਮੀ ਕਹਾਣੀ ਦੀ ਪਰਿਭਾਸ਼ਾ ਦਿਓ। ਲੰਮੀ ਕਹਾਣੀ ਨਿੱਕੀ ਕਹਾਣੀ ਨਾਲੋਂ ਆਕਾਰ ਦੇ ਵਿੱਚ ਲੰਮੀ ਹੁੰਦੀ ਹੈ। ਇਸ ਵਿੱਚ ਕਹਾਣੀਕਾਰ ਕਹਾਣੀ ਦੀਆਂ ਮੁੱਖ ਪ੍ਰਸਥਿਤੀਆਂ ਦੇ ਨਾਲ-ਨਾਲ ਉਹਨਾਂ ਨੂੰ ਪ੍ਰਭਾਵਿਤ ਕਰਨ ਵਾਲੀਆਂ ਗੱਲਾਂ, ਪਾਤਰਾਂ ਤੇ ਵਾਤਾਵਰਣ ਨੂੰ ਸੰਕੇਤਕ ਪਰ ਜ਼ਰਾ ਵਧੇਰੇ ਵਿਸਥਾਰ ਦਿੰਦਾ ਹੈ, ਗੁੰਝਲਾਂ ਖੋਲ੍ਹਦਾ ਤੇ ਹੋਰ ਪ੍ਰਭਾਵਸ਼ਾਲੀ ਬਣਾਉਂਦਾ ਹੈ। ਪ੍ਰਸ਼ਨ 20 ਲੰਮੀ ਕਹਾਣੀ ਵਿੱਚ ਕਿਹੜੇ-ਕਿਹੜੇ ਤੱਤ ਸ਼ਾਮਿਲ ਹੁੰਦੇ ਹਨ? ਲੰਮੀ ਕਹਾਣੀ ਦੇ ਮੂਲ ਤੱਤ ਨਿੱਕੀ ਕਹਾਣੀ ਵਾਲੇ ਹੀ ਹਨ, ਪਰ ਇਸ ਦਾ ਆਕਾਰ ਜ਼ਰਾ ਵੱਡਾ ਤੇ ਜਟਿਲ ਹੁੰਦਾ ਹੈ। ਇਹ ਤੱਤ ਹਨ ਵਿਸ਼ਾ, ਉਦੇਸ਼, ਕਥਾਨਕ, ਚਰਿੱਤਰ ਚਿੱਤਰਨ, ਵਾਰਤਾਲਾਪ, ਵਾਤਾਵਰਣ ਤੇ ਭਾਸ਼ਾ ਸ਼ੈਲੀ। ਪ੍ਰਸ਼ਨ 21 ਲੰਮੀ ਕਹਾਣੀ ਦਾ ਵਿਸ਼ਾ ਵਸਤੂ ਕਿਹੋ ਜਿਹਾ ਹੁੰਦਾ ਹੈ? ਵਿਸ਼ਾ ਵਸਤੂ ਦੀ ਚੋਣ ਲੇਖਕ ਲਈ ਮੁੱਢਲਾ ਕਦਮ ਹੁੰਦਾ ਹੈ। ਲੰਮੀ ਕਹਾਣੀ ਜਟਲ ਤੇ ਖੁੱਲ੍ਹੇ ਸੁਭਾਅ ਵਾਲੀ ਹੋਣ ਕਾਰਨ ਇਤਿਹਾਸ, ਮਿਥਿਹਾਸ, ਮਨੋਵਿਗਿਆਨ, ਸਮਾਜ ਵਿਗਿਆਨ ਆਦਿ ਵਿਸ਼ਿਆਂ ਦੇ ਨਾਲ ਭਰਪੂਰ ਹੁੰਦੀ ਹੈ। ਅਜੋਕੇ ਮਨੁੱਖੀ ਮਨ ਦੀਆਂ ਗੁੰਝਲਾਂ, ਵਿਸੰਗਤੀਆਂ ਤੇ ਉਸ ਵਿਚਲੇ ਟੁੱਟ ਰਹੇ ਆਪੇ ਦੀ ਅਭਿਵਿਅਕਤੀ ਪ੍ਰਤੱਖ ਜ਼ਾਹਿਰ ਹੁੰਦੀ ਹੈ। ਇਸ ਦਾ ਵਿਸ਼ਾ ਵਿਸ਼ਾਲ ਹੋਣ ਕਾਰਨ ਇਸ ਵਿੱਚ ਦੂਜੇ ਸਾਹਿਤ ਰੂਪਕਾਰਾਂ ਦੀ ਵਿਧੀਆਂ ਨੂੰ ਅਪਣਾਉਣ ਦੀ ਗੁੰਜਾਇਸ਼ ਵੀ ਵਧੇਰੇ ਹੁੰਦੀ ਹੈ। ਪ੍ਰਸ਼ਨ 22 ਲੰਮੀ ਕਹਾਣੀ ਦੇ ਕਥਾਨਕ ਦੇ ਗੁਣਾਂ ਬਾਰੇ ਦੱਸੋ। ਲੰਮੀ ਕਹਾਣੀ ਦਾ ਆਕਾਰ 10,000 ਸ਼ਬਦਾਂ ਜਾਂ ਉਸ ਤੋਂ ਵੱਧ ਦਾ ਹੋਣ ਕਰਕੇ ਪ੍ਰਸਥਿਤੀਆਂ ਦੀ ਬਹੁਤਾਤ ਹੁੰਦੀ ਹੈ ਜਾਂ ਉਹ ਤਣਾਅ ਦੀ ਵਿਆਖਿਆ ਕਰਦੀਆਂ ਨਜ਼ਰ ਆਉਂਦੀਆਂ ਹਨ। ਉਹਨਾਂ ਰਾਹੀਂ ਹੀ ਜੀਵਨ ਦੇ ਮਨੁੱਖੀ ਵਿਹਾਰ, ਕਾਰਜ ਦੀਆਂ ਪਰਤਾਂ ਉੱਘੜ ਕੇ ਸਾਹਮਣੇ ਆਉਂਦੀਆਂ ਹਨ। ਇਸ ਵਿੱਚ ਜੀਵਨ ਨਾਲ ਸੰਬੰਧਿਤ ਕਿਸੇ ਪੱਖ ਨੂੰ ਵੀ ਛੋਹਿਆ ਜਾ ਸਕਦਾ ਹੈ। ਕਹਾਣੀ ਦੇ ਕਥਾਨਕ ਵਿੱਚ ਰੋਚਕਤਾ, ਉਤਸੁਕਤਾ, ਤਣਾਅ ਤੇ ਸਿਖਰ ਦਾ ਹੋਣਾ ਬਹੁਤ ਜ਼ਰੂਰੀ ਹੈ। ਇਹ ਤਾਂ ਹੀ ਹੋ ਸਕਦਾ ਹੈ ਜੇਕਰ ਇਸ ਵਿੱਚ ਜੀਵਨ ਦੀਆਂ ਅਜਿਹੀਆਂ ਰੋਚਕ ਤੇ ਖਿੱਚ ਭਰੀਆਂ ਪ੍ਰਸਥਿਤੀਆਂ ਨੂੰ ਪੇਸ਼ ਕੀਤਾ ਜਾਵੇ ਜੋ ਯਥਾਰਥ ਅਤੇ ਪ੍ਰਭਾਵਸ਼ਾਲੀ ਹੋਣ। ਇਸ ਵਿੱਚ ਕੇਵਲ ਆਕਾਰ ਹੀ ਨਹੀਂ ਸਗੋਂ ਉਸ ਦੇ ਬਹੁ ਪਰਤੀ ਪਸਾਰਾਂ ਨੂੰ ਵੀ ਸਮਝਿਆ ਗਿਆ ਹੈ।
ਕਥਾ ਵਿੱਚ ਘਟਨਾਕ੍ਰਮ ਨੂੰ ਤੋੜ ਕੇ ਦੂਜਾ ਬਿਰਤਾਂਤ ਜੋੜ ਲਿਆ ਜਾਂਦਾ ਹੈ, ਜਿਹੜਾ ਕਿ ਕਹਾਣੀ ਦੇ ਮੁੱਖ ਨੁਕਤਿਆਂ ਨੂੰ ਗਹਿਰਾਈ ਦਿੰਦਾ ਹੈ। ਪ੍ਰਸ਼ਨ 23, ਲੰਮੀ ਕਹਾਣੀ ਵਿਚਲੇ ਚਰਿੱਤਰ ਚਿੱਤਰਨ ਦੀਆਂ ਵਿਸ਼ੇਸ਼ਤਾਵਾਂ ਲਿਖੋ। ਲੰਮੀ ਕਹਾਣੀ ਵਿੱਚ ਪਾਤਰਾਂ ਦੀ ਗਿਣਤੀ 3-4 ਤੋਂ ਵੱਧ ਹੋ ਸਕਦੀ ਹੈ, ਪਰ ਇਹ ਕਹਾਣੀ ਦੇ ਸੰਚਾਰ ਦਾ ਮੁੱਖ ਤੱਤ ਹੁੰਦੇ ਹਨ। ਇਹ ਪਾਤਰ ਸਧਾਰਨ ਵਿਅਕਤੀ ਹੀ ਹੁੰਦੇ ਹਨ। ਅਜੋਕੇ ਸਮੇਂ ਵਿੱਚ ਤੰਗੀਆਂ ਤੁਰਸ਼ੀਆਂ ਮਨੋ ਭਾਵਨਾਵਾਂ ਦੇ ਨਾਲ ਜੂਝਦੇ ਪਾਤਰਾਂ ਨੂੰ ਬੜੀ ਯਥਾਰਕ ਤੇ ਮਨੋਵਿਗਿਆਨਿਕ ਸੂਝ ਨਾਲ ਬੜੇ ਸਜੀਵ ਰੂਪ ਦੇ ਵਿੱਚ ਪੇਸ਼ ਕੀਤਾ ਜਾਂਦਾ ਹੈ। ਇਹ ਪਾਤਰ ਮਨੁੱਖੀ ਸੁਭਾਅ ਦੀ ਜਟਿਲਤਾ, ਇਸ ਨੂੰ ਉਪਜਾਉਣ ਵਾਲੇ ਸਮਾਜਿਕ ਵਰਤਾਰੇ ਵਿੱਚ ਵਿਚਰ ਰਹੇ ਹੁੰਦੇ ਹਨ। ਕਹਾਣੀਕਾਰ ਪਾਤਰਾਂ ਦਾ ਚਿੱਤਰਨ ਵੱਖ-ਵੱਖ ਵਿਧੀਆਂ ਰਾਹੀਂ ਕਰਦਾ ਹੈ। ਪਾਤਰਾਂ ਦੇ ਰਾਹੀਂ ਹੀ ਕਹਾਣੀ ਦੇ ਵਿੱਚ ਯਥਾਰਥਤਾ ਤੇ ਸਜੀਵਤਾ ਸੰਭਵ ਹੁੰਦੀ ਹੈ। ਬਾਕੀ ਦੇ ਰਹਿੰਦੇ ਪ੍ਰਸ਼ਨ ਆਪਾਂ ਅਗਲੇ ਪਾਠ ਦੇ ਵਿੱਚ ਕਰਾਂਗੇ।